ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਜੀ ਆਇਆਂ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਭੰਗੂ ਸਾਹਿਬ ਜੀ। ਦੋਸਤੋ, ਤੁਸੀਂ ਜਾਣਦੇ ਹੋ ਕਿ ਲੋਕਰਾਣਾ ਦੇ ਇਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਜੋ ਵੱਡੀਆਂ ਖਬਰਾਂ ਹੁੰਦੀਆਂ ਉਹਨਾਂ ਤੇ ਵਿਚਾਰ ਚਰਚਾ ਕਰਦੇ ਹਾਂ। ਅੱਜ ਦੀ ਖਬਰਾਂ ਸਿਆਸਤ ਹੀ ਭਾਰੂ ਹੈ। ਮੁੱਦੇ ਜੋ ਪਿੱਛੇ ਚਲੇ ਗਏ ਨੇ, ਸਿਆਸਤ ਫੇਸ ਕੈਂਡੀਡੇਟ ਹੀ ਉੱਭਰ ਕੇ ਸਾਹਮਣੇ ਆਏ ਨੇ, ਤਾਂ ਅਸੀਂ ਵੀ ਫਿਰ ਸਿਆਸਤ ਦੀ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਹੋਊਗੀ ਕਿਸਾਨ ਜਥੇਬੰਦੀਆਂ ਦੀ। ਭਾਵੇਂ ਕਿਸਾਨਾਂ ਦਾ ਸਿਆਸਤ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਕਈ ਕਿਸਾਨ ਸਿਆਸਤ ਦੇ ਵਿੱਚ ਚਲੇ ਵੀ ਗਏ ਨੇ। ਕਿਸਾਨਾਂ ਦੀ ਇੱਕ ਵੱਡੀ ਜਿੱਤ ਫਿਰ ਸਾਹਮਣੇ ਆਈ ਹੈ। ਉਗਰਾਹਾਂ ਜਥੇਬੰਦੀ ਨੇ ਟੋਲ ਘੇਰ ਰੱਖਿਆ ਸੀ ਬਠਿੰਡਾ ਵਾਇਆ ਜੋ ਜ਼ੀਰਕਪੁਰ ਸੀ, ਉਹਦੇ ਉੱਤੇ ਜੋ ਨੈਸ਼ਨਲ ਹਾਈਵੇ ਅਥਾਰਟੀ ਹੈ ਉਹਨੇ ਸਾਰੀ ਗੱਲਾਂ ਕਿਸਾਨਾਂ ਦੀ ਮੰਨ ਲਈ ਹੈ ਤੇ ਧਰਨਾ ਉੱਥੋਂ ਚੱਕ ਦਿੱਤਾ ਗਿਆ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣੀ ਦੂਜੀ ਸੂਚੀ ਜਾਰੀ ਕੀਤੀ ਤੇ ਘਮਾਸਾਨ ਖੜਾ ਹੋ ਗਿਆ। ਰਾਹੁਲ ਗਾਂਧੀ ਪੰਜਾਬ ਆਏ, ਸੀਐਮ ਚੰਨੀ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਉੱਤੇ ਦਾਗ ਖੇਡ ਕੇ ਚਲੇ ਗਏ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਤੇ ਨਜਾਇਜ਼ ਕੇਸ ਪਾ ਕੇ ਉਹਨਾਂ ਨੂੰ ਫਸਾਇਆ ਜਾ ਰਿਹਾ। ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਪੰਜਾਬ ਆਏ ਨੇ, ਵਿਰੋਧੀਆਂ ਨੇ ਤਿੱਖੇ ਨਿਸ਼ਾਨੇ ਸਾਧੇ ਨੇ। ਅਰਵਿੰਦ ਕੇਜਰੀਵਾਲ ਫਲੋਰ ਤੋਂ ਲਾਈਵ ਹੋਏ ਸੀ, ਇੱਕ ਕਰਕੇ ਉਹਨਾਂ ਨੇ ਸਾਰਾ ਆਪਣਾ ਪ੍ਰੋਗਰਾਮ ਰੱਖਿਆ। ਸੁਖਪਾਲ ਸਿੰਘ ਖਹਿਰਾ ਜ਼ਮਾਨਤ ਮਨਜ਼ੂਰ ਹੋ ਗਈ, ਹਾਈਕਮਾਂਡ ਤੋਂ ਟਿਕਟ ਮਿਲ ਗਈ, ਬਾਹਰ ਆਉਣਗੇ, ਚੋਣ ਮੈਦਾਨ ਦੇ ਵਿੱਚ ਨਿਤਰਨਗੇ। ਸਾਰੀਆਂ ਖਬਰਾਂ ਤੇ ਇੱਕ ਕਰਕੇ ਵਿਚਾਰ ਚਰਚਾ ਕਰਾਂਗੇ ਜੀ ਡਾਕਟਰ ਸਾਹਿਬ। ਬਿਲਕੁਲ, ਦੇਖੋ, ਗੁਰਾਹਾਂ ਜਥੇਬੰਦੀ ਵਾਹਿਦ ਇੱਕ ਐਸੀ ਕਿਸਾਨ ਜਥੇਬੰਦੀ ਹੈ ਜਿਹਨੇ ਲਗਾਤਾਰ ਆਪਣਾ ਅਨੁਸ਼ਾਸਨ ਵੀ ਦਿਖਾਇਆ ਹੈ ਜੀ, ਆਪਣਾ ਸੰਘਰਸ਼ ਵੀ ਦਿਖਾਇਆ ਹੈ। ਔਰ ਉਸ ਸੰਘਰਸ਼ ਦਾ ਔਰ ਅਨੁਸ਼ਾਸਨ ਦਾ ਨਤੀਜਾ ਇਹ ਹੈ ਕਿ ਜਿਸ ਟੋਲ ਪਲਾਜ਼ੇ ਤੇ ਬੈਠੇ ਸੀਗੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ। ਔਰ ਵੱਡੀ ਗੱਲ ਇਹੀ ਹੋਈ ਹੈ ਕਿ ਜਿਹੜਾ ਪੁਰਾਣਾ ਰੇਟ ਹੈ ਉਹ ਲਾਗੂ ਕੀਤਾ ਜਾਏਗਾ ਔਰ ਕਿਸੇ ਵੀ ਤਰ੍ਹਾਂ ਨਾਲ ਇਹ ਰੇਟ ਜਿਹੜਾ ਹੈਗਾ ਨਹੀਂ ਵਧਾਇਆ ਜਾਏਗਾ। ਔਰ ਦੂਜੀ ਵੱਡੀ ਗੱਲ ਹੈ ਕਿ ਜਿਹੜੇ ਨਾਲ ਵਾਲੇ ਪਿੰਡਾਂ ਨੂੰ ਵੱਡੀ ਸਹੂਲਤ ਇਹ ਮਿਲੀ ਹੈ ਕਿ ਕਿਸੇ ਵੀ ਪਿੰਡ ਵਾਸੀ ਦਾ ਜਿਹੜੇ ਨਾਲ ਲੱਗਦੇ ਪਿੰਡ ਨੇ ਉਸ ਇਲਾਕੇ ਦੇ, ਉਹਨਾਂ ਦਾ ਟੋਲ ਪਲਾਜ਼ਾ ਜਿਹੜਾ ਹੈਗਾ ਨਹੀਂ ਕੱਟਿਆ ਜਾਏਗਾ। ਇਸੇ ਤਰ੍ਹਾਂ ਫਾਸਟੈਗ ਜਿਹੜੀ ਹੈਗੀ ਹੈ ਉਹਦੇ ਉੱਤੇ ਕੋਈ ਫਾਈਨ ਨਹੀਂ ਹੋਏਗਾ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਇਹ ਸਹੂਲਤਾਂ ਦਿੱਤੀਆਂ ਗਈਆਂ ਨੇ ਲੋਕਾਂ ਨੂੰ, ਇਹ ਉਸ ਸੰਘਰਸ਼ ਕਰਕੇ ਨੇ ਜਿਹੜਾ ਕਿ ਉਗਰਾਹਾਂ ਜਥੇਬੰਦੀ ਨੇ ਲਗਾਤਾਰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬੈਠਿਆਂ। ਪਹਿਲਾਂ ਕਿਸਾਨੀ ਸੰਘਰਸ਼ ਚੱਲਿਆ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਕੰਪਨੀ ਵਾਲੇ ਨੇ ਇਹ ਰੇਟ ਵਧਾਉਣਾ ਚਾਹੁੰਦੇ ਨੇ, ਸੋ ਉਹ ਦੁਬਾਰਾ ਫੇਰ ਬੈਠੇ। ਸੋ ਹੁਣ ਉਹ ਆਪਣੀਆਂ ਮੰਗਾਂ ਮਨਾ ਕੇ ਹਟੇ ਨੇ। ਇੱਕ ਬਹੁਤ ਵੱਡਾ, ਜਿਵੇਂ ਤੁਸੀਂ ਵੀ ਦੱਸਿਆ, ਕਿ ਇੱਕ ਜਿੱਤ ਹੈ ਵੱਡੀ। ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਇਸ ਵੇਲੇ ਲੋਕ ਪਰੇਸ਼ਾਨ ਨੇ ਭੰਗੂ ਸਾਹਿਬ, ਕਿ ਇੱਕ ਪਾਸੇ ਲੋਕ ਜਦੋਂ ਕੋਈ ਵੀ ਵਹੀਕਲ ਲੈਂਦੇ ਨੇ, ਕਾਰ ਲੈਂਦੇ ਨੇ, ਸਕੂਟਰ ਲੈਂਦੇ ਨੇ, ਚਾਹੇ ਕੋਈ ਹੋਰ ਕੁਝ ਲੈਂਦੇ ਨੇ, ਉਹਦਾ ਬਕਾਇਦਾ ਤੌਰ ਤੇ ਪਹਿਲਾਂ ਉਹ ਟੈਕਸ ਭਰਦੇ ਹੈ ਜੀ, ਪਰ ਉਸ ਤੋਂ ਬਾਅਦ ਵੀ ਜਿਹੜੇ ਰੋਡ ਟੈਕਸ ਲਗਾਇਆ ਜਾਂਦਾ ਹੈ। ਇਹ ਸਾਨੂੰ ਹੈਰਾਨੀ ਹੁੰਦੀ ਹੈ। ਔਰ ਇਸ ਕਰਕੇ ਜਿਹੜੇ ਕਿ ਬਾਦਲ ਸਾਹਿਬ ਕਹਿੰਦੇ ਨੇ ਕਿ ਮੈਂ ਸੜਕਾਂ ਬਣਾਤੀਆਂ, ਮੈਂ ਪੁਲ ਬਣਾਤੇ, ਫਿਰ ਉਹਦਾ ਮਤਲਬ ਹੈ ਕਿ ਇਹ ਤਾਂ ਪੁਲ ਤਾਂ ਜਾਂ ਸੜਕਾਂ ਤਾਂ ਇਹ ਕੰਪਨੀਆਂ ਨੇ ਬਣਾਈਆਂ। ਉਹ ਆਪਣਾ ਇੱਕ ਪਾਸੇ ਪੋਲੀਟੀਕਲ ਲੋਕ ਜਿਹੜੇ ਨੇ ਉਹਦਾ ਫਾਇਦਾ ਲੈਣਾ ਚਾਹੁੰਦੇ ਨੇ। ਫਾਇਦਾ ਕਾਹਦਾ ਹੋਇਆ, ਸਗੋਂ ਨੁਕਸਾਨ ਹੋ ਗਿਆ। ਜੇਕਰ ਸਰਕਾਰ ਇਹ ਕਹਿੰਦੀ ਹੈ, ਔਰ ਅਕਾਲੀ ਦਲ ਔਰ ਬੀਜੇਪੀ ਦੀ ਸਰਕਾਰ ਜਿਹੜੀ 10 ਸਾਲ ਰਹੀ ਹੈ, ਉਹ ਇਹ ਕਹਿੰਦੇ ਨੇ ਕਿ ਅਸੀਂ 10 ਸਾਲ ਰਹਿ ਕੇ ਸੜਕਾਂ ਬਣਾਤੀਆਂ, ਪੁਲ ਬਣਾਤੇ, ਪਰ ਪੁਲ ਦੇ ਉੱਤੇ ਤਾਂ ਅੱਜ ਟੈਕਸ ਦੇਣਾ ਪੈਂਦਾ ਸਾਨੂੰ। ਜੇ ਉਹਨਾਂ ਨੇ, ਸਰਕਾਰ ਨੇ ਪੁਲ ਬਣਾਏ ਨੇ, ਸਰਕਾਰ ਨੇ ਟੈਕਸ ਜਿਹੜੇ ਨੇ ਉਹ ਜਾਂ ਬਾਕੀ ਚੀਜ਼ਾਂ ਕੀਤੀਆਂ ਨੇ, ਤੇ ਸਰਕਾਰ ਦੇ ਖਾਤਿਆਂ 'ਚ ਉਹ ਟੈਕਸ ਜਾ ਰਿਹਾ ਹੈ, ਫਿਰ ਸਾਨੂੰ ਦੁਬਾਰਾ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ, ਆਮ ਬੰਦੇ ਨੂੰ ਟੈਕਸ ਦੇਣਾ ਪੈ ਰਿਹਾ ਹੈ? ਫਿਰ ਉੱਥੇ ਟੋਲ ਪਲਾਜ਼ਾ ਕਿਉਂ ਲੱਗ ਰਿਹਾ ਹੈ? ਇਹ ਇੱਕ ਬਹੁਤ ਵੱਡੇ ਸਵਾਲ ਲੋਕ ਜਿਹੜੇ ਨੇ ਉਹ ਇਹਨਾਂ ਸਰਕਾਰਾਂ ਤੋਂ ਪੁੱਛਣੇ ਚਾਹੀਦੇ ਨੇ। ਸੋ ਇਹ ਸੰਘਰਸ਼ ਉਹਨਾਂ ਨੇ ਲੜਿਆ, ਉਹਨਾਂ ਨੂੰ ਮੁਬਾਰਕਬਾਦ। ਔਰ ਉਮੀਦ ਹੈ ਕਿ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਲੋਕਾਂ ਦੇ ਇਹਨਾਂ ਟੋਲ ਪਲਾਜ਼ਿਆਂ ਤੋਂ ਖਹਿੜਾ ਛਡਾਉਣਗੀਆਂ ਔਰ ਸਰਕਾਰਾਂ ਦੇ ਉੱਤੇ ਦਬਾਅ ਪਾ ਕੇ ਇਹਦਾ ਹੈਗਾ ਵੱਡਾ ਸੰਘਰਸ਼ ਲੜੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਇੱਦਾਂ ਹੀ ਚਾਹੀਦਾ, ਬਾਕੀ ਜਥੇਬੰਦੀਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ, ਕਿਉਂਕਿ ਬਹੁਤ ਪਰੇਸ਼ਾਨ ਨੇ ਲੋਕ ਇਹ ਟੋਲ ਪਲਾਜ਼ਿਆਂ ਤੋਂ। ਆਪਾਂ ਨੇ ਸਾਰਿਆਂ ਨੇ ਦੇਖਿਆ ਹੈ ਕਿ ਜਿਹੜੇ ਜਿੰਨੀ ਦੇਰ ਨਹੀਂ ਹੋਇਆ ਉਨੀ ਦੇਰ ਲੋਕਾਂ ਨੂੰ ਬੜੀ ਵੱਡੀ ਰਾਹਤ ਮਿਲਦੀ ਰਹੀ ਹੈ ਔਰ ਲੋਕਾਂ ਨੇ ਸ਼ੁਕਰੀਆ ਅਦਾ ਕੀਤਾ ਹੈ। ਪਰ ਹੁਣ ਇਹ ਜਿਹੜਾ ਹੈਗਾ, ਜੇ ਦੁਬਾਰਾ ਲੱਗਦਾ ਹੈ ਔਰ ਵੱਧ ਰੇਟ ਨਾਲ ਲੱਗਦਾ ਹੈ, ਤਾਂ ਇਹ ਮਤਲਬ ਇਹ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਇਹ ਉਹਨਾਂ ਦੀ ਇੱਕ ਮਾੜੀ ਗੱਲ ਹੋਏਗੀ। ਜੀ ਬਿਲਕੁਲ। ਡਾਕਟਰ ਸਾਹਿਬ, ਕਾਂਗਰਸ ਪਾਰਟੀ 5 ਸਾਲ ਦੇ ਸੂਬੇ ਦੇ ਵਿੱਚ ਆਪਣੀ ਟਰਮ ਪੂਰੀ ਕਰ ਗਈ। ਕੈਪਟਨ ਅਮਰਿੰਦਰ ਸਿੰਘ ਲਾ ਤੇ ਸੀਐਮ ਚੰਨੀ ਬਣ ਗਏ। ਦੂਜੀ ਸੂਚੀ ਆਈ ਤਾਂ ਬਗਾਵਤ ਖੜੀ ਹੋ ਗਈ। ਰਾਹੁਲ ਗਾਂਧੀ ਬੀਤੇ ਦਿਨੀ ਦਰਬਾਰ ਸਾਹਿਬ ਆਏ, ਨਮਸਤਕ ਹੋਏ ਤੇ ਕਹਿੰਦੇ ਕਿ ਮੁੱਖ ਮੰਤਰੀ ਤਾਂ ਜਾਂ ਤਾਂ ਨਵਜੋਤ ਸਿੰਘ ਸਿੱਧੂ ਦਾ ਚਿਹਰਾ
ਜਾਂ ਚਿਹਰਾ ਹੋਊਗਾ ਸੀਐਮ ਚੰਨੀ ਦਾ। ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਤਿਆਰ ਕਰਕੇ ਚਲੇ ਗਏ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪਹਿਲਾਂ ਨਾਲੋਂ ਉਹਨਾਂ ਦਾ ਹਮਲਾਵਰ ਰੁਖ ਹੁਣ ਵਧਿਆ। ਹਾਲਾਂਕਿ ਇੱਕ ਇਹਦੇ 'ਚ ਹੋਰ ਗੱਲ ਵੀ ਹੈ ਕਿ ਉਹਨਾਂ ਦੀ ਭੈਣ ਨੇ ਮੀਡੀਆ 'ਚ ਆ ਕੇ ਕਿਹਾ ਕਿ ਜ਼ਿਆਦਤੀ ਕਰਦੇ ਨੇ ਪਰਿਵਾਰਕ ਤੌਰ ਤੇ, ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵੀ ਉਹਨਾਂ ਨੇ ਦੋਸ਼ ਲਾਏ। ਭੰਗੂ ਸਾਹਿਬ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਪਰਿਵਾਰਕ ਇਦਾਂ ਦੇ ਲੜਾਈਆਂ ਝਗੜੇ ਹੁੰਦੇ ਨੇ ਜੀ, ਉਹ ਕਦੇ ਵੀ ਮੀਡੀਆ 'ਚ ਨਹੀਂ ਆਉਣੇ ਚਾਹੀਦੇ, ਲੋਕਾਂ 'ਚ ਨਹੀਂ ਜਾਣੇ ਚਾਹੀਦੇ। ਇਹ ਮਾੜੀ ਗੱਲ ਹੈ। ਕਿਸੇ ਵੀ, ਮੈਂ ਇਕੱਲੇ ਨਵਜੋਤ ਸਿੰਘ ਸਿੱਧੂ ਦਾ ਜਾਂ ਉਹਨਾਂ ਦੀ ਸਿਸਟਰ ਦੀ ਗੱਲ ਨਹੀਂ ਕਰ ਰਿਹਾ, ਮੈਂ ਓਵਰਆਲ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਜਿਹੜੇ ਘਰੇਲੂ ਝਗੜੇ ਨੇ ਉਹਦੇ ਬਾਰੇ ਤੁਸੀਂ ਮੀਡੀਆ 'ਚ ਆ ਕੇ ਜਾਂ ਆਮ ਜਨਤਾ 'ਚ ਆ ਕੇ ਗੱਲ ਕਰਦੇ ਹੋ ਤਾਂ ਉਹਦੇ ਨਾਲ ਅਕਸ ਇਹ ਨਹੀਂ ਕਿ ਤੁਹਾਡਾ ਕੋਈ ਵੱਧ ਰਿਹਾ ਹੈ, ਅਕਸ ਸਗੋਂ ਤੁਹਾਡੇ ਪਰਿਵਾਰ ਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪਰਿਵਾਰ ਇੱਕ ਦੇਸ਼ ਭਗਤ ਪਰਿਵਾਰ ਮੰਨਿਆ ਜਾਂਦਾ ਹੈ। ਇਹਨਾਂ ਦੇ ਫਾਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਲਾਲ ਪਾਰਟੀ 'ਚ ਰਹੇ ਨੇ, ਕਮਿਊਨਿਸਟ ਪਾਰਟੀ ਦੇ ਵਿੱਚ ਰਹੇ ਨੇ, ਜੇਲ੍ਹਾਂ ਕੱਟੀਆਂ ਨੇ, ਬਹੁਤ ਵੱਡਾ ਨਾਂ ਹੈ ਔਰ ਵੱਡੇ ਅਹੁਦਿਆਂ ਤੇ ਰਹੇ ਨੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਆਪਾਂ ਜਾਣਦੇ ਹਾਂ, ਇੱਕ ਪਬਲਿਕ ਫਿਗਰ ਨੇ, ਚਾਹੇ ਉਹ ਸਪੋਰਟਸ ਦੀ ਗੱਲ ਹੋਵੇ, ਚਾਹੇ ਉਹ ਕਮੈਂਟਰੀ ਦੀ ਗੱਲ ਹੋਵੇ, ਚਾਹੇ ਮੀਡੀਆ ਦੀ ਗੱਲ ਹੋਵੇ, ਬਹੁਤ ਵੱਡਾ ਉਹਨਾਂ ਨੇ ਮਿਹਨਤ ਦੇ ਨਾਲ ਨਾਂ ਕਮਾਇਆ ਹੈ। ਸੋ ਜੇਕਰ ਕੋਈ ਇੱਦਾਂ ਕੋਈ ਨਿੱਜੀ ਮਸਲੇ ਨੇ, ਉਹ ਮੈਨੂੰ ਲੱਗਦਾ ਹੈ ਕਿ ਪਰਿਵਾਰ ਦੇ ਵਿੱਚ ਬੈਠ ਕੇ ਹੀ ਹੱਲ ਹੋਣੇ ਚਾਹੀਦੇ ਨੇ। ਔਰ ਜੇਕਰ ਜਿਵੇਂ ਹੁਣ ਤੁਸੀਂ ਜਿਹੜੀ ਦੂਸਰੀ ਗੱਲ ਕੀਤੀ ਹੈ ਕਿ ਜੇਕਰ ਕੱਲ ਆ ਕੇ ਜਿਵੇਂ ਰਾਹੁਲ ਗਾਂਧੀ ਜੀ ਨੇ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਆਪਣੇ ਵਲੰਟੀਅਰਾਂ ਨੂੰ ਪੁੱਛ ਕੇ ਸੀਐਮ ਸਾਹਿਬ ਦਾ ਅਨਾਉਂਸਮੈਂਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਅਸੀਂ ਸੀਐਮ ਚਿਹਰਾ ਦੇਵਾਂਗੇ, ਤਾਂ ਇਹਦਾ ਮਤਲਬ ਹੈ ਕਿ ਇਸ ਵੇਲੇ ਹਾਈ ਕਮਾਂਡ ਕਾਂਗਰਸ ਦੀ ਚਾਹੁੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈ ਕੇ ਆਵੇ, ਕਿਉਂਕਿ ਜਿਸ ਕਿਸਮ ਦੇ ਨਾਲ ਨਵਜੋਤ ਸਿੰਘ ਸਿੱਧੂ ਇੱਕ ਪੰਜਾਬ ਮਾਡਲ ਦੇ ਰਹੇ ਨੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਇਹੀ ਗੱਲ ਕਹੀ ਹੈ, ਕੱਲ ਵੀ ਸਟੇਜ ਤੇ ਕਹੀ ਹੈ ਸਿੱਧੂ ਸਾਹਿਬ ਨੇ ਕਿ ਪੰਜਾਬ ਮਾਡਲ ਮੇਰੇ ਕੋਲ ਹੈਗਾ। ਪਰ ਹੁਣ ਲੋਕ ਜਿਹੜਾ ਸਵਾਲ ਪੁੱਛਦੇ ਨੇ ਇਹ ਤਾਂ ਇਹ ਪੁੱਛਦੇ ਨੇ ਕਿ ਇਸ ਮਾਡਲ ਨੂੰ ਲੈ ਕੇ ਇਹਦੇ ਵਿੱਚੋਂ ਕੱਢੂਗਾ ਕੌਣ, ਇਹਨੂੰ ਲਾਗੂ ਕੌਣ ਕਰੂਗਾ, ਮਾਡਲ ਨੂੰ ਲਾਗੂ ਕਰਨ ਲਈ ਇੱਕ ਚਿਹਰਾ ਚਾਹੀਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਹੁਣ ਜਿਹੜਾ ਹੈਗਾ ਬਾਲ ਰਾਹੁਲ ਗਾਂਧੀ ਜੀ ਦੇ ਗਰਾਊਂਡ ਦੇ ਵਿੱਚ ਸੁੱਟਤੀ ਹੈ। ਸੋ ਇਸ ਕਰਕੇ ਹੁਣ ਰਾਹੁਲ ਜੀ ਫੈਸਲਾ ਕਰਨਗੇ। ਉਮੀਦ ਹੈ ਕਿ ਜਲਦੀ ਫੈਸਲਾ ਕਰਕੇ ਵਲੰਟੀਅਰਾਂ ਤੋਂ ਪੁੱਛ ਕੇ ਨਵਜੋਤ ਸਿੰਘ ਸਿੱਧੂ ਦੀਆਂ ਜ਼ਿਆਦਾ ਸੰਭਾਵਨਾਵਾਂ ਲੱਗ ਰਹੀਆਂ ਨੇ ਚੰਨੀ ਸਾਹਿਬ ਤੋਂ, ਕਿਉਂਕਿ ਚੰਨੀ ਸਾਹਿਬ ਦਾ ਜਿਹੜਾ 111 ਦਿਨਾਂ ਦਾ ਇਹ ਦੇ ਰਹੇ ਨੇ ਕਿ ਮੈਂ ਬਹੁਤ ਕੰਮ ਕੀਤੇ ਨੇ, ਬੇਸ਼ੱਕ ਇੱਕ ਚਰਚਿਤ ਚਿਹਰਾ ਰਹੇ ਨੇ, ਪਰ ਬੁਨਿਆਦੀ ਤੌਰ ਤੇ ਜਿਹੜੇ ਲੋਕ ਇਸ ਵੇਲੇ ਲੋਕਾਂ ਦੇ ਵਿੱਚ ਇੱਕ ਗੁੱਸਾ ਹੈ ਚੰਨੀ ਸਾਹਿਬ ਦੇ ਐਲਾਨਾਂ ਦੇ ਪ੍ਰਤੀ ਕਿ ਐਲਾਨ ਤਾਂ ਉਹਨਾਂ ਨੇ ਬਹੁਤ ਕੀਤੇ ਪਰ ਪ੍ਰੈਕਟੀਕਲੀ ਉਹ ਕੋਈ ਬਹੁਤਾ ਵੱਡਾ ਕੰਮ ਕਰ ਨਹੀਂ ਪਾਏ। ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੰਨੇ ਹਜ਼ਾਰ ਕਰਮਚਾਰੀ ਪੱਕੇ ਕਰ ਦਿਆਂਗੇ, ਬਿਜਲੀ ਦੇ ਬਿੱਲ ਮਾਫ ਹੋਣਗੇ, ਹੋਰ ਪਤਾ ਨਹੀਂ ਕਿਸਾਨਾਂ ਨੂੰ ਕਿਹਾ ਸੀਗਾ, ਬਹੁਤ ਕੁਝ ਲਾਰੇ ਲਾਏ ਸੀਗੇ। ਸੋ ਇਦਾਂ ਦੇ ਐਲਾਨ ਹੁੰਦੇ ਹੋਏ ਜਿਹੜੇ ਉਹਦੇ ਬਾਵਜੂਦ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਸਕੇ। ਸੋ ਇਸ ਕਰਕੇ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਵਾਂ ਚੋਂ ਜੇ ਆਪਾਂ ਚਿਹਰੇ ਦੀ ਗੱਲ ਕਰਦੇ ਹਾਂ ਅੱਜ ਦੇ ਸਮੇਂ ਦੇ ਵਿੱਚ, ਤਾਂ ਉਹ ਨਵਜੋਤ ਸਿੰਘ ਸਿੱਧੂ ਕੋਲੇ ਇੱਕ ਮਾਡਲ ਵੀ ਹੈ ਪੰਜਾਬ ਦਾ ਔਰ ਉਹਨਾਂ ਕੋਲੇ ਉਹਨਾਂ ਨੂੰ ਲਾਗੂ ਕਰਨ ਦੀ ਇੱਕ ਇੱਛਾ ਸ਼ਕਤੀ ਵੀ ਰੱਖਦੇ ਨੇ। ਸੋ ਉਮੀਦ ਹੈ ਕਿ ਉਹ ਜਲਦੀ ਹੀ ਨਵਜੋਤ ਸਿੰਘ ਸਿੱਧੂ ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਵੱਲੋਂ ਉਹ ਤੁਹਾਡੇ ਸਾਹਮਣੇ ਹੋਣਗੇ। ਭੰਗੂ ਸਾਹਿਬ, ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਥਾਪੜਾ ਦਿੱਤਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਕਹੀ ਹੈ ਕਿ ਵਿਕਰਮ ਨੂੰ ਹਰਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਢਾਹ ਲਾਉਣ ਦੇ ਲਈ ਸਾਡੇ ਤੇ ਨਜਾਇਜ਼ ਕੇਸ ਪਾਏ ਗਏ। ਭੰਗੂ ਸਾਹਿਬ ਦੇਖੋ, ਵਿਕਰਮ ਹੋਰਾਂ ਦੇ ਉੱਤੇ ਜੇ ਆਪਾਂ ਕਹੀਏ ਵੀ ਨਜਾਇਜ਼ ਕਿਸ ਤਰ੍ਹਾਂ ਹੁੰਦਾ ਇਹ ਤਾਂ ਸਮਝ ਨਹੀਂ ਆਉਂਦੀ, ਕਿਉਂਕਿ ਪਿਛਲੀਆਂ 17 ਦੀਆਂ ਚੋਣਾਂ ਦਾ ਉਸ ਵੇਲੇ ਸਿਨੈਰੀਓ ਦੇਖੋ, ਤੁਹਾਨੂੰ ਯਾਦ ਹੋਏਗਾ ਔਰ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ 17 ਦੀਆਂ ਚੋਣਾਂ ਤਾਂ ਸਾਰੀਆਂ ਵਿਕਰਮ ਸਿੰਘ ਮਜੀਠੀਆ ਦੇ ਦੁਆਲੇ ਹੀ ਘੁੰਮਦੀਆਂ ਰਹੀਆਂ ਸੀਗੀਆਂ, ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੇ ਸਵਾਲ ਉਠਾਏ ਸੀਗੇ, ਕੇਜਰੀਵਾਲ ਜੀ ਨੇ ਵੱਡੇ ਸਵਾਲ ਉਠਾਏ ਸੀ, ਕਾਂਗਰਸ ਨੇ ਵੱਡੇ ਸਵਾਲ ਉਠਾਏ ਸੀਗੇ ਔਰ ਖਾਸ ਤੌਰ ਤੇ ਰਾਹੁਲ ਜੀ ਨੇ ਇੱਥੇ ਆ ਕੇ ਕਿਹਾ ਸੀਗਾ ਕਿ 70% ਲੋਕ ਜਿਹੜੇ ਨੇ ਪੰਜਾਬ ਦੇ ਨੌਜਵਾਨ ਉਹ ਨਸ਼ੇ ਤੇ ਲਗਾਏ ਹੋਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਈਡੀ ਦੀਆਂ ਰੇਡਸ ਵੀ ਪਈਆਂ ਔਰ ਉਹ ਕੇਸ ਵੀ ਸਾਰਾ ਲੋਕਾਂ ਦੇ ਸਾਹਮਣੇ ਹੈ। ਸੋ ਈਡੀ ਦੀਆਂ ਜਿਹੜੀਆਂ ਨੇ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਜਾਂ ਜਿਹੜੀਆਂ ਵੀ ਉਹਨਾਂ ਨੇ ਪੁੱਛਗਿੱਛ ਕੀਤੀ ਹੈ ਮਜੀਠੀਆ ਤੋਂ, ਉਸ ਗੱਲਬਾਤ ਤੋਂ ਇਹੀ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਨਵੋਲਵਮੈਂਟ ਮਜੀਠੀਆ ਸਾਹਿਬ ਦੀ ਉਸ ਕੇਸ ਦੇ ਵਿੱਚ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਇਹ ਗੱਲਬਾਤ ਸਹੀ ਹੈ ਤਾਂ ਜਾਂ ਜੇ ਝੂਠ ਵੀ ਹੈ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਬਾਦਲ ਸਾਹਿਬ ਨੇ ਕਿਹਾ ਕਿ ਜਾਣਬੁੱਝ ਕੇ, ਤਾਂ ਉਹਨਾਂ ਨੂੰ ਪੁਲਿਸ ਤੋਂ ਭੱਜੇ ਕਿਉਂ?
ਸਵਾਲ ਲੋਕ ਇਹ ਪੁੱਛਣਾ ਚਾਹੁੰਦੇ ਨੇ ਕਿ ਜੇਕਰ ਉਹ ਸੱਚੇ ਸੁੱਚੇ ਨੇ ਤਾਂ ਉਹ ਕਿਉਂ ਨਹੀਂ ਆ ਕੇ ਈਡੀ ਦਾ ਜਾਂ ਪੁਲਿਸ ਦਾ ਜਾਂ ਜਿਹੜੀਆਂ ਵੀ ਏਜੰਸੀਆਂ ਉਹਨਾਂ ਨੂੰ ਬੁਲਾਉਣਾ ਚਾਹੁੰਦੀਆਂ ਨੇ, ਉਹਨਾਂ ਤੋਂ ਪੁੱਛਗਿੱਛ ਕਰਨੀਆਂ ਚਾਹੁੰਦੀਆਂ ਨੇ, ਉਹ ਰੂਹ ਪੋਸ਼ ਕਿਉਂ ਹੁੰਦੇ ਨੇ? ਉਹ ਕਿਉਂ ਕੇਸ ਤੋਂ ਭੱਜਦੇ ਦਿਖਾਈ ਦਿੱਤੇ ਨੇ ਪਿਛਲੇ ਦਿਨਾਂ ਦੇ ਵਿੱਚ? ਕਿਉਂ ਉਹਨਾਂ ਨੇ ਆ ਕੇ ਲੋਕਾਂ ਦੇ ਸਾਹਮਣੇ ਜਾਂ ਪੁਲਿਸ ਦੇ ਸਾਹਮਣੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ? ਸੋ ਕਹਿਣ ਦਾ ਮਤਲਬ ਹੈ ਕਿਉਂਕਿ ਹੁਣ ਇਹ ਸਾਰੀ ਚੀਜ਼ ਅਦਾਲਤ ਦੇ ਵਿੱਚ ਚਲੀ ਗਈ ਹੈ ਔਰ ਅਦਾਲਤ ਜਿਹੜੀ ਹੈਗੀ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ। ਹੁਣ ਹੋ ਸਕਦਾ ਹੈ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਵੇ, ਉੱਥੋਂ ਕੋਈ ਉਹਨਾਂ ਨੂੰ ਰਾਹਤ ਮਿਲੇ। ਪਰ ਫਿਲਹਾਲ ਜਿਹੜੀ ਮਾੜੀ ਮੋਟੀ ਉਹਨਾਂ ਨੂੰ ਰਾਹਤ ਮਿਲੀ ਹੈ ਉਹ ਆਪਣਾ ਪਰਚਾ ਜ਼ਰੂਰ ਭਰਦੇ ਤੁਹਾਨੂੰ ਨਜ਼ਰ ਆਉਣਗੇ। ਪਰ ਜੇਕਰ ਆਪਾਂ ਲੰਬੇ ਸਮੇਂ ਤੋਂ ਇਸ ਰਾਹਤ ਨੂੰ ਦੇਖਦੇ ਹਾਂ ਤਾਂ ਉਮੀਦ ਜਿਹੜੀ ਹੈਗੀ ਆ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਮਜੀਠੀਆ ਸਾਹਿਬ ਨੂੰ ਕੋਈ ਸੁਪਰੀਮ ਕੋਰਟ, ਕਿਉਂਕਿ ਧਾਰਾਵਾਂ ਇੱਦਾਂ ਦੀਆਂ ਲਾਈਆਂ ਗਈਆਂ ਨੇ, ਜਦੋਂ ਅਸੀਂ ਉਹਦਾ ਪਿਛਲਾ ਰਿਕਾਰਡ ਦੇਖਦੇ ਹਾਂ ਇੱਦਾਂ ਦੀਆਂ ਧਾਰਾਵਾਂ ਵਾਲਾ, ਤਾਂ ਬਹੁਤੇ ਲੋਕਾਂ ਨੂੰ ਕੋਈ ਬਹੁਤੀ ਉਹਦੇ 'ਚੋਂ ਜ਼ਮਾਨਤ ਮਿਲਦੀ ਨਜ਼ਰ ਨਹੀਂ ਆਈ। ਚਾਹੇ ਉਹ ਸ਼ਾਹਰੁਖ ਖਾਨ ਦਾ ਬੇਟਾ ਹੋਵੇ ਜਾਂ ਹੋਰ ਇੱਦਾਂ ਦੇ ਕੇਸ ਹੋਣ, ਲਗਭਗ ਉਹੀ ਧਾਰਾਵਾਂ ਜਿਹੜੀਆਂ ਨੇ ਲੱਗੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਾਫੀ ਗੰਭੀਰ ਦੋਸ਼ ਜਿਹੜੇ ਨੇ ਮਜੀਠੀਆ ਸਾਹਿਬ 'ਤੇ ਲੱਗੇ ਨੇ। ਸੋ ਹੁਣ ਉਹਦਾ ਕੀ ਅਸਰ ਪਏਗਾ ਸਿਆਸਤ ਦੇ ਉੱਤੇ, ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਫਿਲਹਾਲ ਅਕਾਲੀ ਦਲ ਹੋਇਆ ਜਾਂ ਮਜੀਠੀਆ ਸਾਹਿਬ ਹੋਏ, ਉਹ ਕਿਤੇ ਕਾਫੀ ਉਹਨਾਂ ਦੇ ਲਈ ਕਠਿਨ ਕੰਮ ਹੋਏਗਾ, ਔਖਾ ਕੰਮ ਹੋਏਗਾ। ਇਹ ਸਾਰੇ ਕੇਸ ਤੋਂ ਕਿਵੇਂ ਨਿਕਲਦੇ ਆ ਇਹ ਹੁਣ ਸਮਾਂ ਦੱਸੇਗਾ। ਭੰਗੂ ਸਾਹਿਬ, ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ। ਉਹ ਕਹਿੰਦੇ ਕਿ ਆਪ ਦੱਸੇ ਕਿ ਪੰਜਾਬ ਦਾ ਤੇ ਦਿੱਲੀ ਦਾ ਪੋਲੀਟੀਕਲ ਵਾਤਾਵਰਨ ਅਲੱਗ ਹੈ। ਜੋ ਦਿੱਲੀ ਮਾਡਲ ਦੀ ਗੱਲ ਕਰਦੇ ਆ, ਇਹ ਮਾਡਲ ਪੰਜਾਬ 'ਚ ਲਾਗੂ ਨਹੀਂ ਹੋਣਾ। ਅੱਜ ਵੀ ਅਰਵਿੰਦ ਕੇਜਰੀਵਾਲ ਫਲੋਰ ਤੋਂ ਲਾਈਵ ਸੀ, ਉਹ ਪੰਜਾਬ 'ਚ ਉਹਨਾਂ ਦੀ ਫੇਰੀ ਸੀ। ਉਹ ਕਹਿੰਦੇ ਕਿ ਬੇਬੁਨਿਆਦ ਗੱਲਾਂ ਨੇ ਜੋ ਆਪ ਗੱਲਾਂ ਕਰਦੀ ਆਮ ਆਦਮੀ ਪਾਰਟੀ, ਇਹਨਾਂ ਦਾ ਕੋਈ ਆਧਾਰ ਨਹੀਂ ਗਰਾਊਂਡ ਤੇ ਹੈਗਾ। ਦੇਖੋ, ਵਿਰੋਧੀ ਪਾਰਟੀਆਂ ਕੁਝ ਵੀ ਉਹਨਾਂ ਦਾ ਕੰਮ ਹੈ ਕਹਿਣਾ, ਵਿਰੋਧੀ ਪਾਰਟੀਆਂ ਤਾਂ ਕਹਿੰਦੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਅਕਾਲੀ ਦਲ ਬੀਜੇਪੀ ਬਾਰੇ ਕੁਝ ਕਹਿੰਦਾ ਹੈ, ਬੀਜੇਪੀ ਕਾਂਗਰਸ ਬਾਰੇ, ਕਾਂਗਰਸ ਵਾਲੇ ਆਮ ਆਦਮੀ ਪਾਰਟੀ ਬਾਰੇ, ਜਾਂ ਇੱਦਾਂ ਦੀਆਂ ਜਿਹੜੀਆਂ ਦੋਸ਼ ਪ੍ਰਤੀ ਦੋਸ਼ ਨੇ ਇਹ ਲਾਉਣੇ ਉਹਨਾਂ ਦਾ ਕੰਮ ਹੈ। ਕਿਉਂਕਿ ਹੁਣ ਇਲੈਕਸ਼ਨਾਂ ਦਾ ਦੌਰ ਹੈ, ਹੁਣ ਹੋਰ ਤੇਜ਼ੀ ਨਾਲ ਜਿਹੜੀਆਂ ਇਹ ਸਾਰੀਆਂ ਦੋਸ਼ ਪ੍ਰਤੀ ਦੋਸ਼ ਲੱਗਣਗੇ। ਪਰ ਜਿੱਥੋਂ ਤੱਕ ਕੇਜਰੀਵਾਲ ਹੋਰਾਂ ਦੀ ਗੱਲ ਹੈ ਔਰ ਜਿਹੜੇ ਲੋਕ ਇਸ ਗੱਲ ਦਾ ਗਵਾਹ ਨੇ, ਜਿਹੜੇ ਦਿੱਲੀ ਦੇ ਵਿੱਚ ਰਹਿ ਰਹੇ ਨੇ ਜਾਂ ਦਿੱਲੀ ਦੇ ਮਾਡਲ ਬਾਰੇ ਜਾਣਦੇ ਨੇ, ਖਾਸ ਤੌਰ 'ਤੇ ਸਕੂਲਾਂ ਦਾ ਜਿਹੜਾ ਮਾਡਲ ਹੈ ਉਹਨਾਂ ਦਾ, ਉਹ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਜਾਂ ਲੋਕਾਂ ਦੀ ਜੋ ਜਾਣਕਾਰੀ ਦੇ ਰਾਹੀਂ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹ ਇਹੀ ਕਹਿ ਰਹੀਆਂ ਨੇ ਕਿ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਔਰ ਹੈਲਥ ਦੇ ਵਿੱਚ, ਚਾਹੇ ਆਪਾਂ ਕਈ ਹਸਪੀਟਲਸ ਦੀ ਜਿਹੜੀ ਸਥਿਤੀ ਆ ਉਹਨਾਂ ਨੂੰ ਠੀਕ ਕਰਨ ਦੀ ਗੱਲ ਹੋਵੇ, ਸਕੂਲਾਂ ਨੂੰ ਦੀ ਸਥਿਤੀ ਠੀਕ ਕਰਨ ਦੀ ਗੱਲ ਹੋਵੇ, ਇਸੇ ਤਰ੍ਹਾਂ ਬਿਜਲੀ ਦਾ ਸਾਰਾ ਜਿਹੜਾ ਹੈਗਾ 24 ਘੰਟੇ ਔਰ ਸਸਤੀ ਬਿਜਲੀ ਦੀ ਗੱਲ ਹੋਵੇ, ਉਹਦੀ ਗੱਲ ਹੋਵੇ, ਜਾਂ ਹੋਰ ਜਿਹੜੀ ਗਵਰਨੈਂਸ ਦੀ ਗੱਲ ਹੋਵੇ, ਉਹਦੇ ਵਿੱਚ ਬਹੁਤ ਵੱਡੀਆਂ ਚੇਂਜਿਸ ਕੇਜਰੀਵਾਲ ਦਾ ਜਿਹੜਾ ਮਾਡਲ ਹੈ ਦਿੱਲੀ ਦਾ, ਉਹ ਲੈ ਕੇ ਆਇਆ ਹੈ। ਸੋ ਇਹਦੇ ਕਰਕੇ ਉਹਨਾਂ ਦੀ ਜਿਹੜੀ ਹੈਗੀ ਹੈ ਪੁੱਛ ਪ੍ਰਤੀਤ ਬਾਕੀ ਸੂਬਿਆਂ ਦੇ ਵਿੱਚ ਵੀ ਹੋ ਰਹੀ ਹੈ। ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਕਾਫੀ ਉਭਾਰ ਹੈ ਉਹਦਾ, ਗੋਆ ਦੇ ਵਿੱਚ ਵੀ ਉਹਦਾ ਕਾਫੀ ਉਭਾਰ ਹੋ ਰਿਹਾ ਹੈ। ਇਸ ਤਰ੍ਹਾਂ ਯੂਪੀ ਦੇ ਵਿੱਚ ਵੀ ਉਹ ਸਮਾਜਵਾਦੀ ਪਾਰਟੀ ਦੇ ਨਾਲ ਕਿਤੇ ਨਾ ਕਿਤੇ ਗੱਠਜੋੜ ਕਰਦੀ ਨਜ਼ਰ ਆ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ 5 ਸਟੇਟਾਂ ਦੇ ਵਿੱਚ ਕਿਤੇ ਨਾ ਕਿਤੇ ਉਹਨੇ ਆਧਾਰ ਆਪਣੇ ਕਾਇਮ ਕੀਤੇ ਨੇ। ਇਹ ਇਸ ਲਈ ਕਾਇਮ ਹੋਏ ਨੇ ਆਧਾਰ ਉਹਨਾਂ ਦੇ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਇੱਕ ਮਾਡਲ ਦਿੱਤਾ ਹੈ। ਔਰ ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਦਿੱਲੀ ਦਾ ਮਾਡਲ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦਾ ਵੱਖਰਾ ਵਾਤਾਵਰਨ ਹੈ, ਖੇਤੀ ਸੂਬਾ ਹੈ। ਹੁਣ ਗੱਲ ਜਿਹੜੀ ਕੇਜਰੀਵਾਲ ਜੀ ਕਹਿ ਰਹੇ ਨੇ ਉਹ ਕਹਿੰਦੇ ਗਵਰਨੈਂਸ ਦੀ, ਕਿ ਕੀ ਤੁਹਾਡੇ ਕੋਲੇ ਇੱਛਾ ਸ਼ਕਤੀ ਹੈ ਗਵਰਨੈਂਸ ਦੀ ਕਿ ਤੁਸੀਂ ਚੰਗਾ ਇੱਕ ਸਿਸਟਮ ਦੇ ਸਕਦੇ ਹੋ, ਇਮਾਨਦਾਰ ਸਿਸਟਮ ਦੇ ਸਕਦੇ ਹੋ, ਫਿਰ ਤਾਂ ਤੁਹਾਡਾ ਖਜ਼ਾਨਾ ਜਿਹੜਾ ਹੈਗਾ ਭਰ ਜਾਏਗਾ, ਖਾਲੀ ਖਜ਼ਾਨਾ, ਤੁਹਾਡੀਆਂ ਸਹੂਲਤਾਂ ਤੁਸੀਂ ਦੇ ਸਕਦੇ ਹੋ। ਜੇ ਤੁਹਾਡੇ ਕੋਲੇ ਗਵਰਨੈਂਸ ਦਾ ਮਾਡਲ ਨਹੀਂ ਹੈ, ਜੇ ਤੁਹਾਡੇ ਜਿਹੜਾ ਹੈਗਾ ਸਾਰਾ ਕੁਝ ਮਾਫੀਏ ਨੂੰ ਤੁਸੀਂ ਛੱਡਿਆ ਹੋਇਆ ਹੈ, ਮਾਫੀਆ ਕਰੂਗਾ ਜਾਂ ਮਾਫੀਏ ਦੀਆਂ ਜੇਬਾਂ ਭਰਨਗੀਆਂ, ਤਾਂ ਇਹ ਜਿਹੜੀਆਂ ਗੱਲਾਂ ਨੇ, ਚਾਹੇ ਕੋਈ ਵੀ ਮਾਡਲ ਹੈ, ਚਾਹੇ ਕਾਂਗਰਸ ਦਾ ਮਾਡਲ ਹੋਵੇ, ਚਾਹੇ ਅਕਾਲੀ ਦਲ ਬੀਜੇਪੀ ਦਾ ਪਿਛਲਾ ਜਿਹੜਾ 10 ਸਾਲਾਂ ਦਾ ਮਾਡਲ ਹੋਵੇ, ਜਾਂ ਹੁਣ ਨਵਾਂ ਉਹਨਾਂ ਦਾ ਕੋਈ ਮਾਡਲ ਹੋਵੇ, ਜੇਕਰ ਤੁਹਾਡੀ ਇੱਛਾ ਸ਼ਕਤੀ ਔਰ ਕਹਿਣ ਤੋਂ ਭਾਵ ਹੈ ਕਿ ਜੇਕਰ ਤੁਹਾਡੀ ਜਿਹੜੀ ਪੋਲੀਟੀਕਲ ਵਿਲ ਹੈ, ਜਿਹੜੀ ਪੋਲੀਟੀਕਲ ਆਪਾਂ ਕਹਿੰਦੇ ਕਿ ਨੀਤ ਔਰ ਨੀਤੀ ਹੈ, ਜੇਕਰ ਉਹ ਸਾਫ਼ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਔਰ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ,
ਇਹਨਾਂ ਦੀਆਂ, ਚਾਹੇ ਉਹ ਅਕਾਲੀ ਦਲ ਦੀਆਂ ਔਰ ਬੀਜੇਪੀ ਦੀਆਂ ਰਹੀਆਂ ਹੋਣ, ਕਾਂਗਰਸ ਦੀਆਂ ਰਹੀਆਂ ਹੋਣ, ਉਹਦੇ ਵਿੱਚ ਇਹ ਇੱਛਾ ਸ਼ਕਤੀ ਦੀ ਕਮੀ ਆਪਾਂ ਨੂੰ ਨਜ਼ਰ ਆਈ ਹੈ ਜੀ ਬਿਲਕੁਲ। ਸੋ ਇਸ ਕਰਕੇ ਕਾਫੀ ਔਖਾ ਆਪਾਂ ਕਹਿ ਸਕਦੇ ਹਾਂ। ਔਰ ਕੇਜਰੀਵਾਲ ਜੀ ਦਾ ਮਾਡਲ ਜਿਹੜਾ ਹੈਗਾ ਉਹਨਾਂ ਦਾ, ਇਸੇ ਲਈ ਲੋਕ ਉਹਨਾਂ ਦੇ ਉੱਤੇ ਵਿਸ਼ਵਾਸ ਕਰਦੇ ਨਜ਼ਰ ਆ ਰਹੇ ਨੇ। ਪੰਗੂ ਸਾਹਿਬ, ਸੁਖਪਾਲ ਸਿੰਘ ਖਹਿਰਾ ਜ਼ਮਾਨਤ ਮਨਜ਼ੂਰ ਹੋ ਗਈ, ਟਿਕਟ ਹਾਈ ਕਮਾਂਡ ਤੋਂ ਮਿਲ ਚੁੱਕੀ ਹੈ, ਹੁਣ ਸਿਆਸੀ ਮੈਦਾਨ ਦੇ ਵਿੱਚ ਖੁਦ ਨਿਤਰਨਗੇ। ਜੀ ਦੇਖੋ, ਇੱਕ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਕਿ ਖਹਿਰਾ ਸਾਹਿਬ ਨੂੰ ਮਿਲੀ ਹੈ। ਔਰ ਹੁਣ ਕੁਝ ਸਮੇਂ ਲਈ ਉਹਨਾਂ ਨੂੰ ਜਦੋਂ ਬਾਹਰ ਆਉਣਗੇ ਤਾਂ ਆਪਣਾ ਜਿਹੜੀ ਹੈਗੀ ਆ ਫਾਰਮ ਵਗੈਰਾ ਭਰਨਗੇ ਔਰ ਉਮੀਦਵਾਰ ਉਹਨਾਂ ਨੂੰ ਐਲਾਨ ਦਿੱਤਾ ਗਿਆ। ਕਾਂਗਰਸ ਨੇ ਇੱਕ ਆਪਾਂ ਸਾਰੇ ਜਾਣਦੇ ਹਾਂ ਕਿ ਬੇਸ਼ੱਕ ਰਾਣਾ ਗੁਰਜੀਤ ਹੋਰਾਂ ਦਾ ਬੜਾ ਵੱਡਾ ਵਿਰੋਧ ਸੀਗਾ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਖਹਿਰਾ ਸਾਹਿਬ ਨੂੰ। ਸੋ ਜੇਕਰ ਉਹਦੇ ਸਾਰੇ ਦੇ ਬਾਵਜੂਦ ਉਹ ਜ਼ਮਾਨਤ ਦੇ ਵਿੱਚ ਬਾਹਰ ਆਉਂਦੇ ਨੇ ਔਰ ਟਿਕਟ ਆਪਣੀ ਲੈ ਕੇ ਮੈਦਾਨ ਵਿੱਚ ਉਤਰਦੇ ਨੇ ਤਾਂ ਇਹਦੇ ਨਾਲ ਬੜਾ ਵੱਡੀ ਰਾਹਤ ਉਹਨਾਂ ਨੂੰ ਮਿਲੇਗੀ ਔਰ ਲੋਕਾਂ ਦੀ ਸਿੰਪਥੀ ਵੀ ਉਹਨਾਂ ਨੂੰ ਹੋਏਗੀ। ਔਰ ਖਾਸ ਤੌਰ ਤੇ ਕਾਂਗਰਸ ਦੇ ਵਲੰਟੀਅਰ ਵੀ, ਕਿਉਂਕਿ ਪੁਰਾਣੇ ਉਹ ਕਾਂਗਰਸੀ ਨੇ, ਆਮ ਆਦਮੀ ਪਾਰਟੀ ਦੇ ਵਿੱਚ ਬਾਅਦ ਦੇ ਵਿੱਚ ਵੈਸੇ ਉਹ ਇੱਕ ਕੁਝ ਸਮੇਂ ਲਈ ਚਲੇ ਗਏ ਸੀਗੇ, ਪਰ ਇਸ ਪਾਰਟੀ ਦੇ ਵਿੱਚ ਉਹਨਾਂ ਦੀਆਂ ਜੜ੍ਹਾਂ ਹੈਗੀਆਂ ਨੇ। ਉਹਨਾਂ ਦੇ ਫਾਦਰ ਸਾਹਿਬ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਵੱਡੇ ਪੋਲੀਟੀਸ਼ੀਅਨ ਰਹੇ ਨੇ। ਸੋ ਇਸ ਕਰਕੇ ਉਹਨਾਂ ਨੂੰ ਇਸ ਦੌਰ ਦੇ ਵਿੱਚ ਕਾਫੀ ਇਹ ਹੈ ਕਿ ਬਾਕੀ ਪਾਰਟੀਆਂ ਦੇ ਮੁਕਾਬਲੇ ਉਹਨਾਂ ਨੂੰ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੰਧੂ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿਚਾਰ ਚਰਚਾ ਕਰਨ ਲਈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਵਿਚਾਰ ਚਰਚਾ ਕੀਤੀ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।